दुनिया का सबसे बड़ा गुरुद्वारा पाकिस्तान के ज़िला नालोवाल की तहसील शक्करगढ़ में करतारपुर साहब अल मशहूर बाबा गुरु नानक के नाम से मशहूर है। आज उसका बाकायदा इमरान खान ने इफ्तिताह कर दिया। इस मौके पे बरतानिया में बसने वाली सिख कम्यूनिटी हजरात बहुत खुश नज़र आ रहे हैं और उन्होंने अपने ख्यालात का इज़हार कुछ इस तरह किया। हाँ जी, मेरा नाम सुखदेव सिंह है ਤੇ ਅਸੀਂ ਇੱਥੇ ਇਲਫਰਡ ਜਿਹੜਾ ਕਿ ਈਸਟ ਲੰਡਨ ਦਾ ਹਿੱਸਾ ਹੈ, ਇਲਫਰਡ ਟਾਊਨ, ਉੱਥੇ ਸਾਡਾ ਰੇਡੀਓ ਸਟੇਸ਼ਨ ਹੈ ਤੇ ਰੇਡੀਓ ਸਟੇਸ਼ਨ ਦਾ ਨਾਮ ਹੈ 5 ਰਿਵਰਸ ਰੇਡੀਓ। ਨਾਓ ਜਿੱਦਾਂ 5 ਰਿਵਰਸ ਦਾ ਅਸੀਂ ਕਹਦੇ ਦੇ 5 ਦਰਿਆ, ਜਿੱਥੇ 5 ਦਰਿਆ ਜਾਂ 5 ਨਦੀਆਂ ਵਗਦੀਆਂ ਨੇ, ਉਹ ਸਾਰੇ ਜਾਣਦੇ ਕਿ ਉਹ ਕਿਹੜੀ ਜਗ੍ਹਾ ਹੈ, ਉਹ ਪੰਜਾਬ ਹੈ। ਨਾਓ ਇਹ ਜਿਹੜੀ ਚੀਜ਼ ਆ ਕਿ ਕੁਛ ਲੋਕਾਂ ਨੇ ਇੱਕ ਬੰਦ ਕਮਰੇ ਦੇ ਵਿੱਚ ਬੈਠ ਕੇ ਇੱਕ ਲਕੀਰ ਖਿੱਚ ਦਿੱਤੀ, ਜਿਹਦੇ ਕਰਕੇ ਕਿ ਭਰਾ ਤੋਂ ਜੁਦਾ ਹੋ ਗਿਆ ਤੇ ਬਹੁਤ ਸਾਰਾ ਖੂਨ ਖਰਾਬਾ ਹੋਇਆ। 1947 ਦੇ ਵਿੱਚ ਜਦੋਂ 14 ਤੇ 15 ਅਗਸਤ ਜਿਸ ਨੂੰ ਕਿ ਹਿੰਦੁਸਤਾਨ ਤੇ ਪਾਕਿਸਤਾਨ ਆਪਣੀ ਆਜ਼ਾਦੀ ਦਾ ਦਿਨ ਮਨਾਉਂਦੇ ਨੇ, ਤੇ ਅਸੀਂ ਤਾਂ ਇਹ ਚੀਜ਼ ਮੰਨ ਕੇ ਚੱਲਦੇ ਹਾਂ ਕਿ ਉਹ ਇੱਕ ਕਾਲਾ ਦਿਵਸ ਸੀਗਾ, ਕਾਲਾ ਦਿਨ ਸੀ, ਜਿਸ ਦਿਨ ਕਿ ਬਹੁਤ ਸਾਰੀਆਂ ਲਾਸ਼ਾਂ ਡਿੱਗੀਆਂ, ਬਹੁਤ ਸਾਰਾ ਖੂਨ ਖਰਾਬਾ ਹੋਇਆ, ਜਿਹੜੇ ਲੋਕਾਂ ਨੂੰ ਇੱਧਰੋਂ ਉੱਧਰੋਂ ਇੱਧਰ ਆਉਣਾ ਪਿਆ ਤੇ ਉਹ ਐਸੇ ਜ਼ਖਮ ਮਿਲੇ ਕਿ ਜਿਹੜੇ ਕਿ ਕਦੀ ਭਰੇ ਨਹੀਂ ਜਾ ਸਕਦੇ। ਤੇ ਇੱਕ ਇਹੋ ਜਿਹੀ ਲਕੀਰ ਖਿੱਚ ਦਿੱਤੀ ਗਈ ਦੋ ਮੁਲਕਾਂ ਦੇ ਵਿੱਚ, ਜਿਹੜੀ ਕਿ ਪੰਜਾਬ ਦੇ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਰੱਖ ਦਿੱਤਾ ਤੇ ਭਰਾ ਨੂੰ ਭਰਾ ਦੇ ਨਾਲ ਜੁਦਾ ਕਰ ਦਿੱਤਾ। ਤੇ ਸਾਡੀ ਇਹ ਬਹੁਤ ਪਹਿਲਾਂ ਤੋਂ ਇੱਕ ਖੁਆਇਸ਼ ਸੀਗੀ। ਇਹ ਜਿਹੜੀ ਖੁਆਇਸ਼ ਆ 5 ਰਿਵਰਸ ਰੇਡੀਓ ਨੇ 2014 ਦੇ ਵਿੱਚ ਜਦੋਂ ਆਪਣਾ ਐਸਟੈਬਲਿਸ਼ ਕਰਨਾ ਸ਼ੁਰੂ ਕੀਤਾ, ਅਸੀਂ ਉਸ ਤੋਂ ਇਹ ਖੁਆਇਸ਼ ਸੀਗੀ ਕਿ ਇਹ ਲਕੀਰਾਂ ਮਿਟਾਈਆਂ ਜਾਣ, ਦੂਰੀਆਂ ਖਤਮ ਕੀਤੀਆਂ ਜਾਣ, ਨਫ਼ਰਤ ਜਿਹੜੀ ਆ ਦਿਲਾਂ 'ਚੋਂ ਹਟਾਈ ਜਾਵੇ। ਤੇ ਇਸ ਚੀਜ਼ ਦੀ ਜਿਹੜੀ ਸ਼ੁਰੂਆਤ ਹੈ, ਜਿਹੜਾ ਕਰਤਾਰਪੁਰ ਕੋਰੀਡੋਰ ਨੇ ਜਿਹੜੀ ਕੀਤੀ ਹੈ, ਅਸੀਂ ਇਸ ਚੀਜ਼ ਦੇ ਲਈ ਦੋਨੋਂ ਗੌਰਮੈਂਟਸ ਜਿਹੜੀਆਂ ਇੰਡੀਅਨ ਗੌਰਮੈਂਟ ਐਂਡ ਪਾਕਿਸਤਾਨੀ ਗੌਰਮੈਂਟ, ਜਿਹੜੇ ਪ੍ਰਾਈਮ ਮਿਨਿਸਟਰ ਲੈਵਲ ਦੇ ਜਿਹੜੇ ਲੋਕ ਆ ਜਾਂ ਹੋਰ ਜਿਹੜੇ ਪੋਲੀਟੀਸ਼ੀਅਨਸ ਜਿਨ੍ਹਾਂ ਨੇ ਇਹਦੇ ਵਿੱਚ ਪਹਿਲ ਕੀਤੀ, ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਸ ਚੀਜ਼ ਦੇ ਲਈ ਕਿ ਉਹਨਾਂ ਨੇ ਬਹੁਤ ਹੀ ਨੇਕ ਕੰਮ ਕੀਤਾ ਹੈ, ਜਿਹੜੇ ਕਿ ਸਰਹੱਦਾਂ ਦੇ ਵਿੱਚੋਂ ਦੀ ਲੋਕਾਂ ਦੀ ਆਵਾਜਾਈ ਇੱਕ ਦੂਜੇ ਤੋਂ ਜਿਹੜੇ ਲੋਕ ਗਲੇ ਮਿਲਣਗੇ ਤੇ ਮੱਥਾ ਟੇਕਣ ਜਾਣਗੇ। ਸਾਡੇ ਪੰਜਾਬੀ ਵੀਰ ਵੀ ਸਾਨੂੰ ਇਸ ਚੀਜ਼ ਦਾ ਜਿਹੜੀ ਇਹ ਲਕੀਰ ਜਿਹੜੀ ਖਿੱਚੀ ਗਈ ਸੀ, ਵੈਸੇ ਤਾਂ ਮੈਂ ਚਾਹਾਂਗਾ ਕਿ ਇਹ ਸਿਰਫ ਕਰਤਾਰਪੁਰ ਤੋਂ ਨਹੀਂ, ਇਹ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ, ਲੇਕਿਨ ਜਿਹੜੀ ਇਹ ਕਰਤਾਰਪੁਰ ਤੋਂ ਜਿਹੜੀ ਲਕੀਰ ਮਿਟ ਰਹੀ ਆ, ਇਹ ਇੱਕ ਬਹੁਤ ਵੱਡੀ ਸ਼ੁਰੂਆਤ ਆ। ਇਹ ਸਾਡੇ ਦਿਲ ਦੀ ਖੁਆਇਸ਼ ਪੂਰੀ ਹੋ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਮੌਜੂਦ ਹਾਂ 7 ਕਿੰਗਸ ਗੁਰਦੁਆਰਾ, ਜੋ ਕਿ ਈਸਟ ਲੰਡਨ ਦੇ ਵਿੱਚ ਹੈ, UK ਦੀ ਰਾਜਧਾਨੀ ਦੇ ਵਿੱਚ। ਤੇ ਇੱਥੇ ਜਿੰਨੇ ਵੀ ਸਾਡੇ ਇੱਥੇ ਆਫਿਸ ਸਟਾਫ ਆ ਤੇ ਇੱਥੇ ਸਾਧ ਸੰਗਤ ਆ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਹੁਣ ਜੀ ਅਸੀਂ ਜਿਹੜੀ 7 ਕਿੰਗਸ ਦੇ ਜਿਹੜੇ ਕਮੇਟੀ ਮੈਂਬਰ ਸਾਡੇ ਸਾਹਮਣੇ ਮੌਜੂਦ ਨੇ, ਇੱਥੇ ਵਿਰਾਜਮਾਨ ਨੇ, ਅਸੀਂ ਇਹਨਾਂ ਤੋਂ ਇੱਦਾਂ ਦੀਆਂ ਜਿਹੜੀਆਂ ਗੱਲਾਂ, ਜਿਹੜੀਆਂ ਕੋਰੀਡੋਰ ਜਿਹੜਾ ਜਿਸ ਦੇ ਵਿੱਚ ਜਿਹੜਾ ਕਰਤਾਰਪੁਰ ਕੋਰੀਡੋਰ ਖੁੱਲ੍ਹ ਰਿਹਾ ਹੈ, ਇਸ ਦੇ ਵਿੱਚ ਯੋਗਦਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਾਂ ਫਿਰ ਇਹਦੇ ਵਿੱਚ ਜਿੱਦਾਂ ਹੋਰ ਸਾਡੇ ਇੱਕ ਕ੍ਰਿਕਟਰ ਸਾਹਿਬ ਨੇ ਸਿੱਧੂ, ਉਹਨਾਂ ਨੇ ਬਹੁਤ ਉਪਰਾਲਾ ਕੀਤਾ ਇਮਰਾਨ ਖਾਨ ਦੇ ਨਾਲ ਮਿਲ ਕੇ, ਜਾਂ ਇਹ ਸਾਰਾ ਕੁਛ ਮਤਲਬ ਇਹ ਚੀਜ਼ ਜਿਹੜੀ ਕਿ ਇੱਕ ਨਾਮੁਮਕਿਨ ਕੰਮ ਸੀ, ਇਸ ਚੀਜ਼ ਨੂੰ ਮੁਮਕਿਨ ਕਰ ਦਿਖਾਇਆ। ਤੇ ਇਸ 'ਚ ਪਾਕਿਸਤਾਨੀ ਗੌਰਮੈਂਟ ਦਾ ਅਸੀਂ ਬਹੁਤ ਵੱਡਾ ਯੋਗਦਾਨ ਮੰਨਦੇ ਹਾਂ ਕਿ ਉਹਨਾਂ ਨੇ ਲੈਂਡ ਐਕਵਾਇਰ ਕੀਤੀ ਤੇ ਲੈਂਡ ਐਕਵਾਇਰ ਕਰਕੇ ਉੱਥੇ ਇੰਨਾ ਸਾਰਾ ਕੰਸਟਰਕਸ਼ਨ ਦਾ ਕੰਮ ਕੀਤਾ ਕਿ ਪਿਛਲੇ 1 ਸਾਲ ਤੋਂ ਲਗਾਤਾਰ ਉੱਥੇ ਕੰਸਟਰਕਸ਼ਨ ਚੱਲ ਰਹੀ ਹੈ। ਤੇ ਉਹਨਾਂ ਨੇ ਪੂਰੀ ਉਹਨਾਂ ਦੀ ਕੋਸ਼ਿਸ਼ ਸੀ ਕਿ ਜਿਹੜਾ 550ਵਾਂ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਯੰਤੀ ਜਿਹੜੀ ਮਨਾਈ ਜਾ ਰਹੀ ਹੈ, ਜਿਹੜਾ ਜਨਮ ਦਿਵਸ ਮਨਾਇਆ ਜਾ ਰਿਹਾ, ਕਿ ਉਸ ਟਾਈਮ 'ਤੇ ਇਸ ਚੀਜ਼ ਦਾ ਉਦਘਾਟਨ ਕੀਤਾ ਜਾ ਸਕੇ। ਤੇ ਪਹਿਲਾਂ ਤਾਂ ਲੋਕ ਜਿਹੜੇ ਸੀਗੇ ਆਪਣੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਨੂੰ ਜਾਂਦੇ ਸੀ, ਉੱਥੇ ਜਿਹੜੀ BSF ਨੇ ਜਿਹੜੀ ਫੈਂਸਿੰਗ ਲਾਈ ਹੁੰਦੀ ਸੀ, ਉੱਥੇ ਦੂਰਬੀਨਾਂ ਤੋਂ ਦੇਖ ਕੇ ਦੂਜੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਹੈ ਕਰਤਾਰਪੁਰ, ਜਿਹੜਾ ਕਿ ਪਾਕਿਸਤਾਨ 'ਚ, ਉਹਦੀ ਤਸੱਲੀ ਕਰ ਲੈਂਦੇ ਸੀਗੇ। ਲੇਕਿਨ ਹੁਣ ਉਹ ਜਿਹੜੇ ਆ ਦਰਸ਼ਨ ਕਰ ਸਕਣਗੇ, ਉੱਥੇ ਜਾ ਕੇ ਮੱਥਾ ਟੇਕ ਸਕਣਗੇ। ਇਸ ਬਾਰੇ ਅਸੀਂ ਸਾਰੇ ਕਮੇਟੀ ਮੈਂਬਰਸ ਜਿਹਨੇ ਵੀ ਸਾਡੇ ਕੋਲ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਅਸੀਂ ਗੱਲਬਾਤ ਅੱਗੇ ਵਧਾਉਂਦੇ ਹਾਂ। ਹੁਣ ਜੀ ਦੱਸੋ ਤੁਹਾਡੇ ਕੀ ਇਸ ਬਾਰੇ ਵਿਚਾਰ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਇਸ ਬਾਰੇ ਆਪਣੇ ਵਿਚਾਰ ਇਹੀ ਕਹਾਂਗਾ ਕਿ ਜੋ ਕੁਛ ਸਿੱਖ ਕੌਮ, ਸਮੁੱਚੀ ਸਿੱਖ ਕੌਮ ਜਿੱਥੇ ਵੀ ਕੋਈ ਦੁਨੀਆ ਦੇ ਵਿੱਚ ਵੱਸਦਾ ਹੈ, ਉਹ ਹਮੇਸ਼ਾ ਇਹੀ ਅਰਦਾਸ ਨਿਤਨੇਮ ਦੇ ਵਿੱਚ ਕਰਦਾ ਹੈ ਕਿ ਸਾਨੂੰ ਪਾਕਿਸਤਾਨ ਵਿੱਚ ਜਿਹੜੇ ਵੀ ਗੁਰਦੁਆਰਾ ਸਾਹਿਬਾਂ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਰਹਿ ਗਏ ਹਨ, ਉਹਨਾਂ ਸਾਰਿਆਂ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕਰਨ, ਸਾਨੂੰ ਖੁੱਲ੍ਹਾ ਡੁੱਲਾ ਆਉਣ ਜਾਣ ਦਾ ਇਹ ਬਣੇ ਰਸਤਾ। ਸੋ ਮੈਂ ਦੋਨਾਂ ਹੀ ਗੌਰਮੈਂਟਾਂ ਦਾ, ਇੰਡੀਆ ਗੌਰਮੈਂਟ, ਪੰਜਾਬ ਗੌਰਮੈਂਟ ਅਤੇ ਪਾਕਿਸਤਾਨ ਗੌਰਮੈਂਟ, ਇਹਨਾਂ ਤੇ ਸਾਰਿਆਂ ਦਾ ਹੀ
ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਹਿਯੋਗ ਦੇ ਕੇ ਇਸ ਨੂੰ ਨੇਪਰੇ ਚਾੜ੍ਹਿਆ ਹੈ। ਵੈਸੇ ਮੈਂ ਜਿੱਥੇ ਤੱਕ ਮੈਨੂੰ ਵਾਕਫ ਹੈ, ਮੈਂ ਪਿਛਲੇ 18-20 ਸਾਲਾਂ ਦੇ ਵਿੱਚ ਇੰਡੀਆ ਜਦੋਂ ਵੀ ਜਾਣਾ, ਸਰਦਾਰ ਕੁਲਦੀਪ ਸਿੰਘ ਜੀ ਬਜ਼ਾਰਾ ਜੋ ਅੱਜ ਸਵਰਗਵਾਸੀ ਹਨ, ਸਵਰਗਵਾਸ ਹੋ ਚੁੱਕੇ ਹਨ, ਉਹ ਹਮੇਸ਼ਾ ਬੱਸੇ ਵਾਲੇ ਦਿਨ ਹਰ ਮਹੀਨੇ ਉੱਥੇ ਆਪਣਾ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਬੱਸਾਂ ਦੇ ਵਿੱਚ ਲੈ ਕੇ ਜਾਂਦੇ ਸਨ ਸੰਗਤਾਂ ਨੂੰ, ਅਤੇ ਇਹੀ ਅਰਦਾਸਾਂ ਕਰਾਉਂਦੇ ਸਨ ਕਿ ਆਪਾਂ ਖੁੱਲ੍ਹੇ ਦਰਸ਼ਨ ਦਿਦਾਰ ਸਾਨੂੰ ਮਹਾਰਾਜ ਬਖਸ਼ਿਸ਼ ਕਰਨ। ਸੋ ਮੈਂ ਇਹ ਕਹੂੰਗਾ ਕਿ ਉਹਨਾਂ ਦੀਆਂ 18-20 ਸਾਲਾਂ ਦੀਆਂ ਦਾਸ ਵੀ 2 ਦਫਾ ਦਾਸ ਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ ਉਹਨਾਂ ਨੇ, ਇਸ ਕਰਕੇ ਮੈਨੂੰ ਜ਼ਿਆਦਾ ਵਾਕਫੀਅਤ ਉਹਨਾਂ ਬਾਰੇ ਤਾਂ ਵਾਕਫੀਅਤ ਪਈ ਹੈ ਥੋੜ੍ਹੀ ਜਿਹੀ। ਅਤੇ ਮੈਂ ਸਾਰੇ ਹੀ ਜਗਤ ਨੂੰ ਇਹੀ ਜਗਤ ਦੀ ਇਹ ਡਿਮਾਂਡ ਸੀ, ਸਾਰੇ ਸਿੱਖ ਧਰਮ ਦੀ, ਸਿੱਖ ਨਿਵਾਸ ਜਿੰਨੇ ਵੀ ਸਿੱਖ ਸੰਗਤਾਂ ਜਿੱਥੇ ਵੀ ਕਿਤੇ ਦੁਨੀਆ ਵਿੱਚ ਬੈਠੀਆਂ ਹਨ, ਹਮੇਸ਼ਾ ਹੀ ਉਹ ਇਹ ਅਰਦਾਸਾਂ ਕਰਦੀਆਂ ਰਹੀਆਂ ਹਨ, ਅਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਅਰਦਾਸਾਂ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਅਤੇ ਮੈਂ ਆਸ ਕਰਦਾ ਹਾਂ ਦੋਨਾਂ ਹੀ ਮੁਲਕਾਂ ਦੀਆਂ ਗਵਰਨਮੈਂਟਾਂ ਅਤੇ ਤੀਜੇ ਸਾਡੇ ਕੈਪਟਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕਰਨੀ। ਹਾਂਜੀ, ਇਹ ਜਿਹੜੇ ਜੋ ਸੁਲਤਾਨਪੁਰ ਲੋਧੀ ਵਿਖੇ ਜੋ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਸਾਰੇ ਹੀ ਸਿੱਖ ਜਗਤ ਰਲ ਮਿਲ ਕੇ ਮਨਾ ਰਿਹਾ ਹੈ। ਮੈਂ ਉਸ ਲਈ ਵੀ ਪੰਜਾਬ ਗੌਰਮੈਂਟ, ਸ਼੍ਰੋਮਣੀ ਅਕਾਲੀ ਦਲ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਮੋਦੀ ਜੀ ਹੁਣਾਂ ਨੂੰ, ਹਿੰਦੁਸਤਾਨ ਗੌਰਮੈਂਟ ਨੂੰ ਵੀ ਇਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦੇ ਕੇ ਇਸ ਨੂੰ ਮਨਾਉਣ ਦੇ ਵਿੱਚ ਕਾਫੀ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ। ਮੈਂ ਉਹਨਾਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਫੁੱਲ ਚੁੱਕ ਦੀ ਖਿਮਾ, ਅਗਰ ਬੋਲਦੇ ਕਮਲ ਕੋਈ ਸ਼ਬਦ ਕਿਸੇ ਦੇ ਖਿਲਾਫ ਬਾਤ ਨਿਕਲ ਗਿਆ ਹੋਵੇ ਤਾਂ ਦਾਸ ਖਿਮਾ ਦਾ ਜਾਚਕ ਹੈ। ਅੱਜ ਅਸੀਂ ਜਿਸ ਤਰ੍ਹਾਂ ਸਾਡੇ ਮਾਨਯੋਗ ਉਹਨਾਂ ਨੇ ਦੱਸਿਆ ਹੈ ਕਿ ਸਿੰਘ ਸਭਾ ਗੁਰਦੁਆਰਾ ਸਾਹਿਬ ਲੰਡਨ ਈਸਟ 7 ਕਿੰਗ ਵਿਖੇ ਬੈਠੇ ਹਾਂ, ਅਤੇ ਸਾਡੇ ਮੇਰੇ ਸਾਥੀ ਕਮੇਟੀ ਮੈਂਬਰ ਵੀ ਮੇਰੇ ਨਾਲ ਹਨ। ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਆਪਣੇ ਚੰਦ ਸ਼ਬਦ ਜ਼ਰੂਰ ਉਹਨਾਂ ਨੂੰ ਤੁਹਾਨੂੰ ਅਰਪਣ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਇਹ ਹਰੇਕ ਗੁਰਸਿੱਖ ਦੀ ਇਹੀ ਹਮੇਸ਼ਾ ਅਰਦਾਸ ਹੋਈ ਹੈ ਕਿ ਸਾਨੂੰ ਵਿਛੜੇ ਹੋਏ ਗੁਰਦੁਆਰੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਵਾਹਿਗੁਰੂ ਨੇ ਸਾਡੀ ਅੱਜ ਸੁਣ ਲਈ ਹੈ। ਦੋਨਾਂ ਗੌਰਮੈਂਟਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ, ਇਹਦੇ ਅਸੀਂ ਬਹੁਤ ਉਹਨਾਂ ਦੇ ਧੰਨਵਾਦੀ ਹਾਂ। ਖਾਸ ਕਰਕੇ ਇਮਰਾਨ ਸਾਹਿਬ ਅਤੇ ਨਵਜੋਤ ਸਿੰਘ ਸਿੱਧੂ ਨੇ ਜੋ ਕਰਕੇ ਦਿਖਾਇਆ, ਇਹ ਅੱਜ ਤੱਕ ਕੋਈ ਗੌਰਮੈਂਟਾਂ ਵੀ ਨਹੀਂ ਕਰ ਸਕਦੀਆਂ ਸੀ। ਜੋ ਇਹਨਾਂ ਨੇ ਇੱਕ ਸਾਡੀ ਅਰਦਾਸ ਸੁਣੀ ਹੈ, ਤਾਂ ਉਹ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਇੰਨਾ ਕਹਿੰਦਾ ਹੋਇਆ ਸਾਰੇ ਜਗਤ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਨ ਦੀ ਸਾਰੇ ਜਗਤ ਨੂੰ ਵਧਾਈ ਦਿੰਦਾ ਹਾਂ ਅਤੇ ਇਹਨਾਂ ਦਾ ਫਿਰ ਸ਼ੁਕਰਗੁਜ਼ਾਰ ਹਾਂ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਹੋਰ ਵੀ ਸ਼ਾਂਤੀ ਆਵੇ। ਸਾਰਾ ਜੋ ਹਰ ਵੇਲੇ ਲੜਾਈ ਦੀਆਂ ਗੱਲ ਕਰਦੇ ਸੀ, ਉਹ ਲੜਾਈ ਦੀਆਂ ਗੱਲਾਂ ਹੁਣ ਮੁੱਕ ਜਾਣ, ਸਾਨੂੰ ਹੋਰ ਸੁੱਖ ਸ਼ਾਂਤੀ ਦਾ ਸਮਾਂ ਹੋਰ ਵੀ ਵਾਹਿਗੁਰੂ ਲਿਆਵੇ। ਇੰਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਨੂੰ ਇਹ ਬਹੁਤ ਮਾਣ ਦੀ ਗੱਲ ਆ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ, ਉਹ ਹੁਣ ਸਥਾਨ ਬਹੁਤ ਸੋਹਣਾ ਸੁਨੱਖਾ ਬਣ ਗਿਆ। ਅਤੇ ਜਿੱਦਾਂ ਗੌਰਮੈਂਟ ਨੇ ਉਪਰਾਲਾ ਕੀਤਾ ਰਲ ਕੇ ਦੋਨਾਂ ਗੌਰਮੈਂਟਾਂ ਨੇ, ਅਤੇ ਮੈਂ ਤਾਂ ਪਾਕਿਸਤਾਨ ਨੂੰ ਬਹੁਤ ਸ਼ਾਬਾਸ਼ ਦੇਣੀ ਚਾਹੁੰਦਾ ਕਿ ਉਹਨੀ ਸਾਰਿਆਂ ਦਾ ਸੰਯੋਗ ਲੈ ਕੇ ਅਤੇ ਇਹਨੂੰ ਜਿੰਨਾ ਕੁ ਜਿਹੜੇ ਟਾਈਮ ਦੇ ਵਿੱਚ ਇਹਨੂੰ ਕੰਪਲੀਟ ਕੀਤਾ, ਆਈ ਥਿੰਕ ਇਹ ਬਿਲਕੁਲ ਪਾਕਿਸਤਾਨ ਗੌਰਮੈਂਟ ਇਹਦੀ ਬਿਲਕੁਲ ਉਹਨਾਂ ਨੂੰ ਸ਼ਾਬਾਸ਼ ਹੈ। ਅਤੇ ਇਹ ਹੁਣ ਸਮਝ ਕੇ ਪਾਕਿਸਤਾਨ ਗੌਰਮੈਂਟ ਨੇ ਹੁਣ ਕਾਫੀ ਸਾਡੇ ਲਈ ਸਹੂਲਤਾਂ ਸਿੱਖਾਂ ਲਈ ਕੀਤੀਆਂ, ਅਤੇ ਆਈ ਥਿੰਕ ਆਪਾਂ ਨੂੰ ਹੁਣ ਗਾਹਾਂ ਵੱਧ ਚੜ੍ਹ ਕੇ ਸਾਰਿਆਂ ਨਾਲ ਰਲ ਕੇ ਨਾ ਇੰਡੀਆ ਅਤੇ ਪਾਕਿਸਤਾਨ ਨੂੰ ਇੱਕ ਦੂਸਰੇ ਨਾਲ ਰਲ ਮੇਲ ਵਧਾਉਣ, ਇੱਕ ਦੂਸਰੇ ਦੀ ਫਰੀਡਮ 'ਚ ਹਿੱਸਾ ਪਾਉਣ, ਤਾਂ ਕਿ ਸਾਰੇ ਜਾ ਕੇ ਉੱਥੇ ਦਰਸ਼ਨ ਕਰ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਆਪਣੇ ਸਾਨੂੰ ਬਹੁਤ ਖੁਸ਼ੀ ਆ ਜਿਹੜਾ ਇਹਨਾਂ ਨੇ ਆਪਣਾ ਰਸਤਾ ਖੋਲ੍ਹਿਆ ਹੈਗਾ, ਕਰਤਾਰਪੁਰ ਲਾਂਘਾ ਜੋ ਕੀਤਾ ਹੈਗਾ। ਤਾਂ ਵੀ ਇਹ ਇਕੱਲਾ ਸਿੱਖਾਂ ਵਾਸਤੇ ਨਹੀਂ, ਇਹ ਮੁਸਲਮਾਨਾਂ ਵਾਸਤੇ ਵੀ ਬਹੁਤ ਪ੍ਰਾਊਡ ਦੀ ਗੱਲ ਹੈਗੀ ਆ, ਕਿਉਂਕਿ ਸਾਡੇ ਸਿੱਖਾਂ ਦੇ ਕਾਫੀ ਗੁਰਦੁਆਰੇ ਜੋ ਪਾਕਿਸਤਾਨ ਵਿੱਚ ਰਹਿ ਗਏ ਸੀਗੇ, ਉਹਨਾਂ ਵਾਸਤੇ ਸਾਨੂੰ ਜਾਣ ਦਾ ਕਾਫੀ ਖੁੱਲ੍ਹਾ ਦਰਸ਼ਨ ਕਰਨ ਦਾ ਵੀ ਸਾਨੂੰ ਚਾਂਸ ਦਿੱਤਾ ਹੈਗਾ। ਇੱਦਾਂ ਇਸੇ ਤਰ੍ਹਾਂ ਵੀ ਜਿੱਦਾਂ ਹੁਣ ਮੁਸਲਮਾਨਾਂ ਦੀ ਜਗ੍ਹਾ ਆਪਣੇ ਇੰਡੀਆ ਵਿੱਚ ਵੀ ਕਾਫੀ ਹੈਗੀਆਂ ਆ, ਜਿੱਦਾਂ ਆਪਣੇ ਅਜਮੇਰ 'ਚ ਹੈਗੀ ਆ ਆਪਣੇ ਜਗ੍ਹਾ, ਅਤੇ ਉੱਥੇ ਕਾਫੀ ਉੱਦਾਂ ਮੁਸਲਮਾਨ ਕਾਫੀ ਆਉਂਦੇ ਹੈਗੇ ਆ ਪਾਕਿਸਤਾਨ ਤੋਂ, ਪਰ ਹੁਣ ਆਉਣ ਜਾਣ ਵਾਸਤੇ ਇਹਨਾਂ ਨੂੰ ਕਾਫੀ ਖੁੱਲ੍ਹ ਮਿਲ ਗਈ ਹੈਗੀ ਆ। ਤਾਂ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈਗੀ ਆ, ਕਿਉਂਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਾਕਿਸਤਾਨ ਦੇ ਵਿੱਚ ਵੀ ਜਨਮ ਲਿਆ, ਅਤੇ ਉਹ ਆਪਣੇ ਚੜ੍ਹਾਈ ਵੀ ਉਹਨਾਂ ਨੇ ਉੱਥੇ ਪੂਰੇ ਵੀ ਉੱਥੇ ਹੋਏ ਹੈਗੇ ਆ। ਤਾਂ ਇਸ ਕਰਕੇ ਵੀ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਵੀ ਸਾਨੂੰ ਆਉਣ ਜਾਣ ਵਾਸਤੇ ਸਾਡਾ ਇਹ ਰਸਤਾ ਖੁੱਲ੍ਹ ਗਿਆ ਹੈਗਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਅੱਜ ਮੌਜੂਦ ਹਾਂ 7 ਕਿੰਗਸ ਗੁਰਦੁਆਰਾ, ਜਿਹੜਾ ਕਿ ਈਸਟ ਲੰਡਨ ਦਾ ਹਿੱਸਾ ਹੈ, UK ਦੀ ਰਾਜਧਾਨੀ ਹੈ। ਅਸੀਂ ਇੱਥੇ ਪਹਿਲਾਂ ਵੀ ਅਸੀਂ ਕਮੇਟੀ ਮੈਂਬਰਾਂ ਦੇ ਕੁਝ ਜਿਹੜੇ 7 ਕਿੰਗਸ ਕਮੇਟੀ ਮੈਂਬਰਾਂ ਦੇ ਵਿਚਾਰ ਲਏ, ਅਤੇ ਹੁਣ ਸਾਡੇ ਨਾਲ ਮੌਜੂਦ ਹੈ ਇੱਕ ਸਿੱਖ ਬੀਬੀ। ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਉਹਨਾਂ ਦਾ ਕੀ ਵਿਚਾਰ ਨੇ ਜਿਹੜੇ ਕਰਤਾਰਪੁਰ ਕੋਰੀਡੋਰ, ਜਿਹੜਾ ਕਿ ਦੋਨੋਂ ਗੌਰਮੈਂਟਾਂ ਦੇ ਉਪਰਾਲੇ ਦੇ ਨਾਲ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਦੇ ਵਿੱਚ ਜਿਹੜਾ ਕੋਰੀਡੋਰ ਖੋਲ੍ਹਿਆ ਜਾ ਰਿਹਾ, ਜਿਹੜਾ ਸਿੱਖ ਜਿਹੜੇ ਸ਼ਰਧਾਲੂ ਦਰਸ਼ਨ ਕਰ ਸਕਣ ਦੋਨੋਂ ਸਾਈਡਾਂ ਦੇ, ਤੇ ਸਿੱਖ ਬੀਬੀ ਦੇ ਅਸੀਂ ਵਿਚਾਰ ਲੈਣਾ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਮਹਾਰਾਜ ਦੇ ਗੁਰਪੁਰਬ ਦੀਆਂ ਜੋ 550 ਸਾਲਾ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਇਹ ਮੌਕਾ ਪ੍ਰਾਪਤ ਹੋਇਆ, ਤੇ ਬੜੀ ਖੁਸ਼ੀ ਦੇ ਨਾਲ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਵੀ ਆ ਜਾਂਦੇ ਕਿ ਇੰਨੀ ਖੁਸ਼ੀ ਦੀ ਗੱਲ ਆ। ਸਾਰੇ ਜਗਤ ਇਸ ਵੇਲੇ ਮਨਾ ਰਿਹਾ, ਆਪਾਂ ਵੀ ਇੱਥੇ ਮਨਾ ਰਹੇ ਹਾਂ ਬੜੀ ਧੂਮਧਾਮ ਦੇ ਨਾਲ। ਅਖੰਡ ਪਾਠ ਸਾਹਿਬ ਵੀ ਕੀਤੇ, ਹੁਣ ਰਹਿਣ ਸਵਾਈਆਂ ਵੀ ਹੋ ਰਹੀਆਂ ਹਨ। ਤੇ ਉਹ ਜਿਹੜਾ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਤਾਂ ਅਸੀਂ ਸ਼ੁਕਰਾਨਾ ਬਹੁਤ, ਜਿੰਨਾ ਵੀ ਕਰ ਲਈਏ ਥੋੜ੍ਹਾ ਕਰ ਹੀ ਨਹੀਂ ਸਕਦੇ। ਪਹਿਲਾਂ ਤਾਂ ਵਧਾਈਆਂ ਆਪਾਂ ਸਾਰੇ ਜਗਤ ਨੂੰ ਦਿੰਦੇ ਹਾਂ ਜੀ ਮਹਾਰਾਜ ਦੇ ਗੁਰਪੁਰਬ ਦੀਆਂ। ਉਸ ਤੋਂ ਉਪਰੰਤ ਤੁਸੀਂ ਆਪ ਜੀ ਨੇ ਪੁੱਛਿਆ ਕਿ ਕਰਤਾਰਪੁਰ ਜੋ ਆਪਾਂ ਉਹਦੇ ਬਾਰੇ, ਕਿਉਂਕਿ ਉਹ ਇੰਨੀ ਖੁਸ਼ੀ ਹੋਈ, ਜੇ ਉਹ ਇਮਰਾਨ ਖਾਨ ਨਾ ਕਰਦੇ ਤੇ ਆਪਾਂ ਨੂੰ ਇਹ ਚੀਜ਼ ਮਿਲ ਨਹੀਂ ਸੀ ਸਕਦੀ। ਇਹ ਸਾਡੀਆਂ ਅਰਦਾਸਾਂ ਉਹਨਾਂ ਸੁਣ ਲਈਆਂ ਗੁਰੂ ਸਾਹਿਬ ਨੇ। ਗੁਰੂ ਸਾਹਿਬ ਨੇ ਇਮਰਾਨ ਦੇ ਦਿਲ ਤੇ ਬੈਠ ਕੇ ਇਹ ਕਹਾਈ ਗੱਲ, ਕਿਉਂਕਿ ਆਪਣੀਆਂ ਅਰਦਾਸਾਂ ਗੁਰੂ ਸਾਹਿਬ ਸੁਣਦੇ ਹਨ। ਮਹਾਰਾਜ ਦਾ ਉੱਧਰ ਸੀਗਾ ਅਕਾਲ ਪੁਰਖ ਮਹਾਰਾਜ ਨੇ ਜਨਮ, ਉੱਧਰ ਮਤਲਬ ਜਨਮ ਸਥਾਨ ਨਨਕਾਣਾ ਸਾਹਿਬ ਅਸੀਂ ਵੀ ਜਾ ਆਏ ਹਾਂ, ਪਹਿਲਾਂ 20-25 ਸਾਲ ਹੋ ਗਏ ਹਨ। ਬੜੀ ਖੁਸ਼ੀ ਹੈ, ਪਰ ਜਿਹੜੇ ਨਹੀਂ ਜਾ ਸਕਦੇ ਉਹਨਾਂ ਨੂੰ ਹੁਣ ਜਾਣ ਦਾ ਮੌਕਾ ਪ੍ਰਾਪਤ ਹੋਇਆ। ਕਿੰਨੀ ਉਹਨਾਂ ਦੇ ਮਨ ਵਿੱਚ ਖੁਸ਼ੀ ਹੋਵੇਗੀ ਇਸ ਗੱਲ ਦੀ। ਤੇ ਇਹ 550 ਸਾਲਾ ਸਾਡੇ ਲਈ ਬਹੁਤ ਕੁਝ ਲੈ ਕੇ ਆਇਆ। ਪਹਿਲਾਂ ਤਾਂ ਕਰਤਾਰਪੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਉੱਥੇ ਬਹੁਤ ਸਾਰਾ ਕਾਰਜ ਕੀਤਾ, ਸਾਰੀਆਂ ਉਦਾਸੀਆਂ ਤੋਂ ਬਾਅਦ ਆ ਕੇ ਮਹਾਰਾਜ ਨੇ ਫਿਰ ਉੱਥੇ ਕਰਤਾਰਪੁਰ ਵਸਾਇਆ ਸੀ। ਗੁਰੂ ਸਾਹਿਬ ਜੀ ਨੇ ਵਸਾ ਕੇ ਉੱਥੇ ਵੀ ਮਹਾਰਾਜ ਨੇ ਖੇਤੀਬਾੜੀ ਕੀਤੀ। ਉਸ ਤੋਂ ਉਪਰੰਤ ਫਿਰ ਭਾਈ ਆਪਣੇ ਗੁਰੂ ਅੰਗਦ ਸਾਹਿਬ ਜੀ ਜਦੋਂ ਉਹਨਾਂ ਨੂੰ ਗੱਦੀ ਤੇ ਬਿਠਾ ਲੈਣਾ ਸੀਗਾ, ਉਹ ਵੀ ਉੱਥੇ ਜਾ ਕੇ ਉਹਨਾਂ ਨੇ ਮਹਾਰਾਜ ਨੇ ਇਹ ਕਾਰਜ ਕੀਤਾ। ਫਿਰ ਆਪ ਦੂਸਰੇ ਕੱਪੜੇ ਸੰਸਾਰੀ ਪਾ ਕੇ ਤੇ ਉਹਨਾਂ ਨੂੰ ਗੱਦੀ ਤੇ ਬਿਠਾ ਲਿਆ। ਤੇ ਇਹ ਸਾਰਾ ਕੁਝ ਆਪਣੇ ਲਈ ਬਹੁਤ ਕੁਝ ਇਤਿਹਾਸ ਦੱਸ ਰਿਹਾ, ਪਰ ਆਪਾਂ ਬਹੁਤਾ ਸਮਾਂ ਇੰਨਾ ਨਹੀਂ ਲੈਂਦੇ। ਹਾਂ, ਫਿਰ ਉਹਨਾਂ ਨੇ ਜਦੋਂ ਜਾਣ ਦਾ ਸਮਾਂ ਹੋਇਆ, ਉਹਨਾਂ ਦਾ ਜੋਤੀ ਜੋਤ ਸਮਾਏ ਗੁਰੂ ਸਾਹਿਬ ਜੀ, ਉਹ ਵੀ ਉਸ ਜਗ੍ਹਾ ਤੇ ਹੀ ਮਹਾਰਾਜ ਨੇ ਮਤਲਬ ਇਹ ਕੀਤਾ ਕਾਰਜ। ਉਹ ਹਿੰਦੂ ਵੀ, ਪਾਕਿਸਤਾਨੀ ਵੀ ਪੀਰ, ਮੁਸਲਮਾਨ ਪੀਰ ਮੰਨਦੇ ਹਨ, ਹਿੰਦੂ ਵੀ ਮੰਨਦੇ ਹਨ, ਆਪਣੇ ਤਾਂ ਗੁਰੂ ਸਾਹਿਬ ਹਨ ਨਾ, ਪਰ ਉਹ ਸਾਰਿਆਂ ਦੇ ਹੀ ਸੀ। ਮਹਾਰਾਜ ਨੇ ਸਾਰਿਆਂ ਨੂੰ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਠਾ ਲਿਆ ਤੇ ਉਹਨਾਂ ਨੇ ਇਹ ਕਾਰਜ ਕਰਕੇ ਦਿਖਾ ਲਿਆ। ਉਹ ਆਪ ਨਿਰੰਕਾਰ ਕਲਾਧਾਰ ਜਗ ਮੈਂ ਪਰਵਰਿਓ, ਗੁਰੂ ਸਾਹਿਬ ਆਪ ਹੀ ਆਏ ਹੋਏ ਸਨ। ਉਹ ਕਿਸੇ ਨੂੰ, ਉਹ ਬਹੁਤ ਘੋਰ ਪਹਿਰਾ ਸੀ ਉਸ ਵੇਲੇ ਕਲਯੁਗ ਦਾ, ਤਾਂ ਮਹਾਰਾਜ ਨੂੰ ਅਵਤਾਰ ਧਾਰਨਾ ਕਰਨਾ ਪਿਆ। ਤੇ ਫਿਰ ਉਸ ਵੇਲੇ ਠੰਡ ਪਈ। ਹੁਣ ਫਿਰ ਸਮਾਂ ਉਹੋ ਜਿਹਾ ਚੱਲ ਰਿਹਾ ਸੀ। ਹੁਣ ਆਹ ਜਿਹੜਾ ਕਾਰਜ ਹੋਇਆ ਕਰਤਾਰਪੁਰ ਜਾਣ ਲਈ ਆਪਣੇ ਵਾਸਤੇ, ਪਹਿਲਾਂ ਉਹਨਾਂ ਥੋੜ੍ਹੀ ਫੀਸ ਵੀ ਰੱਖੀ ਸੀ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਹੁਣ ਫੀਸ ਵੀ ਸਾਰੀ ਮਾਫ ਕਰ ਦਿੱਤੀ। 2 ਦਿਨ ਵਾਲੇ, ਅੱਛਾ ਜੀ, ਹਾਂ। ਤੇ ਫਿਰ ਵੀ ਉਹਨਾਂ ਨੂੰ ਅਸੀਂ ਸ਼ਾਬਾਸ਼ ਦਿੰਦੇ ਹਾਂ ਇਮਰਾਨ ਖਾਨ ਨੂੰ, ਜਿਨ੍ਹਾਂ ਨੇ ਸਾਡੀਆਂ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਨੇ ਪ੍ਰਵਾਨ ਕਰਕੇ ਉਹਨਾਂ ਦੇ ਅੰਦਰ ਮਨ 'ਚ ਬੈਠ ਕੇ ਇਹ ਸਾਰਾ ਕਾਰਜ ਉਹਨਾਂ ਤੋਂ ਕਰਾਇਆ। ਸਾਨੂੰ ਉਹਨਾਂ ਦਾ ਵਾਰ-ਵਾਰ ਸ਼ੁਕਰਾਨਾ ਕਰਨਾ ਚਾਹੀਦਾ, ਤਾਂ ਹੀ ਆਪਾਂ ਜਾ ਸਕਦੇ ਹਾਂ ਨਾ। ਉਹ ਹੁਣ ਇੰਨੀ ਸੋਹਣੀ ਜਗ੍ਹਾ ਬਣ ਗਈ, ਜਿੱਦਾਂ ਮਰਜ਼ੀ ਆਪਾਂ ਜਾਈਏ, ਰੋਜ਼ ਜਾਈਏ। ਉਹ ਕਹਿੰਦੇ ਰੋਜ਼ ਆਓ, ਭਾਵੇਂ 5000 ਬੰਦਾ ਰੋਜ਼ ਜਾ ਸਕਦਾ ਹੈ ਨਾ। ਤੇ ਫਿਰ ਇਸੇ ਤਰ੍ਹਾਂ ਨਨਕਾਣਾ ਸਾਹਿਬ ਵੀ ਸੰਗਤਾਂ ਗਈਆਂ ਹਨ, ਉੱਥੇ ਵੀ ਗਈਆਂ ਹਨ, ਸੁਲਤਾਨਪੁਰ ਵੀ।
ਮਨਾ ਰਹੇ ਨੇ ਮਹਾਰਾਜ ਦਾ। ਜਿਹੜੇ ਨਹੀਂ ਗਏ ਉਹ ਇੱਥੇ ਵੀ ਉਸੇ ਤਰ੍ਹਾਂ ਹੀ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਵੀ ਅਸੀਂ ਵੀ ਉਹਨਾਂ ਦੇ ਨਾਲ ਹੀ ਇੱਕਮਿਕ ਹੋ ਕੇ, ਸੰਗਤ ਇੱਕੋ ਹੀ ਆ, ਗੁਰੂ ਵੀ ਇੱਕੋ ਹੀ ਆ, ਤੇ ਆਪਾਂ ਜਿੱਥੇ ਮਰਜ਼ੀ ਬੈਠ ਕੇ ਉਹ ਪ੍ਰੋਗਰਾਮ ਮਨਾ ਸਕਦੇ ਹਾਂ। ਬਹੁਤ ਬਹੁਤ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕੈਮਰਾਮੈਨ ਸਾਡੇ ਕੋਲ ਆਏ। ਜਿਹੜਾ ਵੀ ਤੁਹਾਡਾ ਚੈਨਲ, ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ। ਇਹੋ ਜਿਹੇ ਉਪਰਾਲੇ ਤੁਸੀਂ ਵੀ ਕਰ ਰਹੇ ਹੋ, ਇਦੋਂ ਵੱਡੀ ਹੋਰ ਕਿਹੜੀ ਗੱਲ ਹੈ ਜੇ ਮੈਸੇਜ ਘਰ ਘਰ ਪਹੁੰਚਾਉਣਾ। ਤੇ ਸਾਡੇ ਲਈ ਵੀ ਬਹੁਤ ਇਸ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਨੇ ਬਹੁਤ ਕਿਰਪਾ ਕਰਕੇ ਆਪ ਆਏ ਹੋ। ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਤੇ ਸਾਡੇ ਜੋ ਕਮੇਟੀ ਹੈਗੇ ਆ ਮੈਂਬਰ, ਇਹ ਵੀ ਸਾਡੇ ਨਾਲ ਇੱਕ ਅਸੀਂ ਭੈਣ ਭਰਾਵਾਂ ਵਾਂਗ ਸਾਰਾ ਸਾਡਾ ਕਾਰਜ ਚੱਲਦਾ ਹੈਗਾ। ਇੱਥੇ ਬਹੁਤ ਮਹਾਰਾਜ ਦੀ ਮਹਾਨ ਬਖਸ਼ਿਸ਼ ਹੈ। ਗੁਰੂ ਸਿੰਘ ਸਭਾ ਗੁਰਦੁਆਰਾ 7 ਕਿੰਗਸ ਐਂਡ ਬਾਰ ਕਿੰਗ ਹਜੇ ਚੱਲ ਰਿਹਾ ਕੰਮ ਦੋਨਾਂ ਗੁਰਦੁਆਰਿਆਂ ਦਾ, ਇਹ ਵੀ ਕਿਸੇ ਦਿਨ ਪੂਰਾ ਹੋ ਜਾਣਾ ਹੈਗਾ ਜੀ। ਤੇ ਹੁਣ ਜੀ ਸਾਰਿਆਂ ਦਾ ਕਰਦਾ ਜਾਣ ਨੂੰ, ਪਰ ਸਾਰੇ ਹਜੇ ਹੌਲੀ ਹੌਲੀ ਕਰਕੇ ਸਾਰੇ ਵੀ ਜਾਣਗੇ, ਦਰਸ਼ਨ ਕਰਨਗੇ। ਮਹਾਰਾਜ ਨੇ ਪਾਰ ਪਾਰ ਬਖਸ਼ਿਆ ਰਹਿਮਤਾਂ ਕਰਕੇ ਇਹ ਕੋਰੀਡੋਰ ਜਿਹੜਾ ਖੋਲ੍ਹਿਆ ਦਰਵਾਜ਼ਾ, ਸਾਡੇ ਲਈ ਬਹੁਤ ਬਹੁਤ ਵੱਡਾ ਮਹਾਰਾਜ ਨੇ ਤੋਹਫਾ ਇਮਰਾਨ ਖਾਨ ਨੇ ਸਾਨੂੰ ਦਿੱਤਾ। ਅਸੀਂ ਉਹਨਾਂ ਦਾ ਥੈਂਕਸ ਕਰਦੇ ਹਾਂ, ਆਪਣੀ ਸਰਕਾਰ ਦਾ ਵੀ ਥੈਂਕਸ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਫਤਿਹ ਗਜਾਉਂਦੇ ਹਾਂ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਅਸੀਂ ਵੀ ਇਸਤਰੀ ਸਭਾ ਦੇ ਇੱਥੇ ਜਥੇਦਾਰਾਂ ਦੇ ਵਿੱਚੋਂ ਹੀ ਹਾਂ, ਇਸ ਕਰਕੇ ਆਪਾਂ ਕੀਰਤਨ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ। ਹੁਣ ਅਸੀਂ ਰਹਿਣ ਸਵਾਈਆਂ ਕਰਨੀਆਂ ਹਨ ਬਹੁਤ, ਤੁਸੀਂ ਵੀ ਆਉਣਾ ਉਸ ਵਿੱਚ ਹਾਜ਼ਰ ਹੋਣ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਗੁਰੂ ਨਾਨਕ ਦੇ ਫਲਸਫੇ ਬਾਰੇ, ਕਿ ਗੁਰੂ ਨਾਨਕ ਨੇ ਲਿਖਿਆ ਔਰ ਗੁਰੂ ਗ੍ਰੰਥ 'ਚ ਲਿਖਿਆ ਕਿ ਅਵਲ ਅੱਲਾ ਨੂਰੋ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅੱਜ ਤੋਂ 500 ਸਾਲ ਪਹਿਲਾਂ ਇਹ ਗੱਲ ਕੀਤੀ ਕਿ ਅਸੀਂ ਸਾਰੇ ਇੱਕੋ ਚੀਜ਼ ਆ, ਸਾਡੇ 'ਚੋਂ ਨਾ ਕੋਈ ਮਾੜਾ ਆ ਨਾ ਕੋਈ ਚੰਗਾ ਆ, ਅਸੀਂ ਸਾਰੇ ਜਿਹੜੇ ਆ ਬਰਾਬਰ ਆ। ਤੇ ਇਸ ਕਰਕੇ ਜਿਹੜਾ ਇਕੁਆਲਿਟੀ ਦਾ ਜਿਹੜਾ ਨਾਅਰਾ ਆ ਅੱਜ ਤੋਂ 500 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਲਾਉਣਾ ਬਹੁਤ ਗਾਂਹ ਵਧੂ ਗੱਲ ਸੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।